कि धरती ते वसन वाले जिन्ने भी जीव जंतु ने सारिਆਂ ਦੇ ਵਿੱਚੋਂ ਮਨੁੱਖ ਨੇ ਇੱਕ ਨਿਵੇਕਲਾ ਤੇ ਇੱਕ ਵੱਖਰਾ ਸਥਾਨ ਪ੍ਰਾਪਤ ਕਰ ਲਿਆ। ਮਨੁੱਖ ਨੇ ਧਰਤੀ ਨਹੀਂ, ਧਰਤੀ ਤੋਂ ਪਰੇ ਦੂਰ ਤੱਕ ਬ੍ਰਹਿਮੰਡ ਦੀਆਂ ਹੋਰ ਥਾਵਾਂ ਤੇ ਹੋ ਰਹੀਆਂ ਘਟਨਾਵਾਂ, ਹੋ ਰਹੇ ਜਿਹੜੇ ਵਰਤਾਰੇ ਨੇ ਉਹਨਾਂ ਬਾਰੇ, ਚੰਦਰਮਾ ਬਾਰੇ, ਬ੍ਰਹਿਮੰਡ ਬਾਰੇ, ਮੰਗਲ ਬਾਰੇ ਤੱਕ ਪਹੁੰਚ ਕਰ ਲਈ। ਇਹ ਆਪਣੀ ਜਿਹੜੀ ਇੱਕ ਵੱਖਰੀ ਹਸਤੀ, ਇੱਕ ਵੱਖਰੀ ਸੋਵਰਨਟੀ ਜਿਹੜੀ ਹੋ ਗਈ ਕੁਦਰਤ ਦੇ ਵਿੱਚ ਰਹਿਣ ਕਰਕੇ ਮਨੁੱਖ ਦੀ, ਇਹਨੇ ਕੁਦਰਤ ਦੇ ਵਿੱਚ ਥਾਂ ਪਾਉਂਦਿਆਂ, ਤਰੱਕੀ ਕਰਦਿਆਂ, ਨਵੀਆਂ ਮੰਜ਼ਿਲਾਂ ਪਾਉਂਦਿਆਂ ਕਈ ਥਾਵਾਂ ਤੇ ਕੁਦਰਤ ਦਾ ਨਾਸ਼ ਵੀ ਕੀਤਾ। ਮਨੁੱਖ ਨੂੰ ਇਹ ਲੱਗਣ ਲੱਗ ਪਿਆ ਕਿ ਜਿਵੇਂ ਇਸ ਕਾਇਨਾਤ ਦੇ ਵਿੱਚ, ਇਸ ਬ੍ਰਹਿਮੰਡ ਦੇ ਵਿੱਚ, ਇਸ ਧਰਤੀ ਦੇ ਉੱਤੇ ਉਹ ਹੀ ਇਕੱਲਾ, ਉਹ ਖੁਦ ਹੀ ਇਕੱਲਾ ਸ਼ਾਇਦ ਉਹਦਾ ਮਾਲਕ ਹੈ। ਗਲੋਬਲ ਲੈਵਲ ਤੇ ਤਾਪਮਾਨ ਵੱਧ ਰਿਹਾ ਹੈ, ਪ੍ਰਦੂਸ਼ਣ ਵੱਧ ਰਿਹਾ ਹੈ, ਜਿਹੜੀ ਸਾਡੀ ਕੁਦਰਤ ਦੀ ਆਬੋ ਹਵਾ ਹੈ ਉਹ ਖਰਾਬ ਹੋ ਰਹੀ ਹੈ, ਪਾਣੀ ਗੰਧਲੇ ਹੋ ਰਹੇ ਨੇ, ਮਿੱਟੀ ਖਰਾਬ ਹੋ ਰਹੀ ਹੈ। ਜੇ ਕੁਦਰਤ ਨੂੰ ਖਰਾਬ ਕਰਨ ਦੇ ਵਿੱਚ, ਕੁਦਰਤ ਦੇ ਵਿੱਚ ਵਿਘਨ ਪਾਉਣ ਦੇ ਵਿੱਚ, ਪ੍ਰਦੂਸ਼ਿਤ ਕਰਨ ਦੇ ਵਿੱਚ ਮਨੁੱਖ ਦਾ ਹੱਥ ਹੈ, ਤਾਂ ਇਹਨੂੰ ਠੀਕ ਕਰਨਾ, ਇਹਨੂੰ ਦਰੁਸਤ ਕਰਨਾ, ਇਹਨੂੰ ਇਸ ਸਮੱਸਿਆ ਨੂੰ ਹੱਲ ਕਰਨਾ ਵੀ ਮਨੁੱਖ ਦੀ ਹੀ ਜ਼ਿੰਮੇਵਾਰੀ ਆਖਰਕਾਰ ਬਣੇਗੀ ਤੇ ਬਣੀ ਹੋਈ ਹੈ। ਕੁਦਰਤ ਬਾਬਾ ਕਹਿੰਦਾ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਜੋ ਚਾਹੁੰਦੀ ਆ ਉਹੀ ਠੀਕ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਹੋਰ ਕੋਈ ਝੂਠਾ ਹੋ ਸਕਦਾ ਹੈ, ਮੇਰਾ ਬਾਬਾ ਝੂਠਾ ਨਹੀਂ ਹੋ ਸਕਦਾ। ਇਹ ਅਨੰਤ ਤੱਕ ਸਦਾ ਹੀ ਸਲਾਮਤ ਰਹਿਣੀ ਹੈ। ਸੋ ਮਨੁੱਖ ਆਪਣਾ ਫਰਜ਼ ਹੋਰ ਪਛਾਣੇ, ਹੋਰ ਸ਼ਿੱਦਤ ਨਾਲ ਇਹਨੂੰ ਠੀਕ ਕਰਨ 'ਚ, ਇਹਦੀ ਗੋਦ ਵਿੱਚ ਰਹਿਣ ਯੋਗ ਹੋਣ ਵਾਸਤੇ ਇਹਨੂੰ ਠੀਕ ਕਰੇ। ਕੁਦਰਤ ਤੇ ਮਨੁੱਖ, ਮੈਨੂੰ ਇਹ ਗੱਲ ਕਰਨ ਵੇਲੇ ਬੜੀ ਥੋੜ੍ਹੀ ਹੈਰਾਨੀ ਹੁੰਦੀ ਹੈ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕੁਦਰਤ ਤੇ ਮਨੁੱਖ, ਕੁਦਰਤ ਤੇ ਮਨੁੱਖ ਦੀ ਗੱਲ ਹੀ ਕਿਉਂ ਕਰਦੇ ਹਾਂ? ਕੁਦਰਤ ਤੇ ਇਸ ਕੁਦਰਤ ਦੀ ਗੋਦ ਵਿੱਚ ਵਸਣ ਵਾਲੇ ਸਾਰੇ ਜੀਵ ਜੰਤੂਆਂ ਦੀ ਗੱਲ ਕਿਉਂ ਨਹੀਂ ਕਰਦੇ? ਇਹਦਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਧਰਤੀ ਤੇ ਵਸਣ ਵਾਲੇ ਜਿੰਨੇ ਵੀ ਜੀਵ ਜੰਤੂ ਨੇ ਸਾਰਿਆਂ ਦੇ ਵਿੱਚੋਂ ਮਨੁੱਖ ਨੇ ਇੱਕ ਨਿਵੇਕਲਾ ਤੇ ਇੱਕ ਵੱਖਰਾ ਸਥਾਨ ਪ੍ਰਾਪਤ ਕਰ ਲਿਆ। ਖੈਰ, ਇਹਨੂੰ ਮੌਕਾ ਮਿਲ ਗਿਆ ਕਿ ਇਹ ਚੇਤਨ ਹੋ ਗਿਆ। ਜਿਵੇਂ ਬਾਕੀ ਜੀਵ ਕੁਦਰਤ ਦੀ ਗੋਦ ਵਿੱਚ ਜਿਉ ਰਹੇ ਨੇ, ਜਿਉਂ ਤਾਂ ਇਹ ਉਸੇ ਤਰ੍ਹਾਂ ਰਿਹਾ ਹੈ, ਪਰ ਇਹਨੂੰ ਖੋਜਣ, ਇਹਨੂੰ ਬਦਲਣ ਦੀ ਸਮਰੱਥਾ ਰੱਖਣ ਲੱਗ ਪਿਆ ਕਿਉਂਕਿ ਚੇਤਨਾ ਨੇ ਵਿਕਾਸ ਕਰ ਲਿਆ। ਸੋ ਮਨੁੱਖ ਜਦੋਂ ਕੁਦਰਤ ਦੇ ਵਿੱਚ ਬਾਕੀ ਜੀਵਾਂ ਨਾਲੋਂ ਇੱਕ ਸਮਾਜਿਕ ਜੀਵ ਬਣਿਆ, ਤਾਂ ਇਸ ਗੱਲਬਾਤ ਦੇ ਪਹਿਲੇ ਹਿੱਸੇ 'ਚ ਮੈਨੂੰ ਐਂ ਲੱਗਦਾ ਵੀ ਮੈਂ ਇਸ 'ਤੇ ਕੇਂਦਰਿਤ ਕਰਾਂ ਕਿ ਇਹਦੇ ਕੁਝ ਹਾਂ ਪੱਖੀ ਗੱਲਾਂ ਵੀ ਹੋਈਆਂ ਨੇ, ਕਾਫੀ ਹੋਈਆਂ ਨੇ। ਕੁਦਰਤ ਦੇ ਵਿੱਚ ਰਹਿੰਦਿਆਂ ਮਨੁੱਖ ਨੇ ਬਹੁਤ ਕੁਝ ਕੁਦਰਤ ਦੀ ਗੋਦ ਦੇ ਵਿੱਚੋਂ, ਕੁਦਰਤ ਦੀ ਕੁੱਖ ਦੇ ਵਿੱਚੋਂ, ਧਰਤੀ, ਆਕਾਸ਼ ਤੇ ਪਤਾਲ ਦੇ ਵਿੱਚੋਂ ਬਹੁਤ ਕੁਝ ਖੋਜਣ ਵਿੱਚ ਵੀ ਕਾਮਯਾਬੀ ਹਾਸਲ ਕੀਤੀ ਹੈ। ਆਪਣੇ ਜੀਵਨ ਨੂੰ ਚੰਗਾ ਬਣਾਇਆ, ਆਪਣੇ ਜੀਵਨ ਨੂੰ ਅੱਗੇ ਵਧਾਇਆ, ਆਪਣੇ ਪੱਧਰ ਨੂੰ ਹੋਰ ਉੱਚਾ ਕੀਤਾ। ਨਾ ਸਿਰਫ ਮਨੁੱਖ ਖੁਦ, ਬਲਕਿ ਮੈਨੂੰ ਇਹ ਲੱਗਦਾ ਕਿ ਇੱਥੇ ਵਸਣ ਵਾਲੀਆਂ, ਇੱਥੇ ਰਹਿਣ ਵਾਲੀਆਂ ਹੋਰ ਜਿਹੜੀਆਂ ਜੀਵ ਜਾਤੀਆਂ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਫਾਇਦਾ ਹੋਇਆ ਹੈ ਕਿ ਕਈ ਔਖੇ ਰਾਹ, ਕਈ ਕੁਦਰਤ ਦੇ ਸੰਕਟ, ਕਈ ਕੁਦਰਤ ਦੀਆਂ ਆਫਤਾਂ, ਕਈ ਕੁਦਰਤ ਦੀਆਂ ਗੁੰਝਲਾਂ ਨੂੰ ਖੋਲ੍ਹਣ ਵਿੱਚ ਮਨੁੱਖ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਪਾਇਆ। ਜਿਵੇਂ ਆਪਾਂ ਸਾਹਮਣੇ ਦਿਖਦੀ ਤਰੱਕੀ ਨੂੰ ਦੇਖ ਸਕਦੇ ਹਾਂ ਕਿ ਮਨੁੱਖ ਨੇ ਬਹੁਤ ਕੁਛ ਬਣਾ ਲਿਆ। ਮਨੁੱਖ ਨੇ ਧਰਤੀ ਨਹੀਂ, ਧਰਤੀ ਤੋਂ ਪਰੇ ਦੂਰ ਤੱਕ ਬ੍ਰਹਿਮੰਡ ਦੀਆਂ ਹੋਰ ਥਾਵਾਂ ਤੇ ਹੋ ਰਹੀਆਂ ਘਟਨਾਵਾਂ, ਹੋ ਰਹੇ ਜਿਹੜੇ ਵਰਤਾਰੇ ਨੇ ਉਹਨਾਂ ਬਾਰੇ, ਚੰਦਰਮਾ ਬਾਰੇ, ਬ੍ਰਹਿਮੰਡ ਬਾਰੇ, ਮੰਗਲ ਬਾਰੇ ਤੱਕ ਪਹੁੰਚ ਕਰ ਲਈ। ਇਹ ਮਨੁੱਖ ਦੀ ਚੇਤਨ ਸੋਚ ਦਾ ਇੱਕ ਵਧੀਆ ਲਾਜ਼ਮੀ ਸਿੱਟਾ ਹੋਇਆ ਤੇ ਹਾਂ ਪੱਖੀ ਵੀ ਹੈ। ਮਨੁੱਖ ਨੇ ਆਪਣੇ ਜੀਵਨ ਨੂੰ ਉਸ ਜਿਹੜਾ ਕੁਦਰਤ ਦਾ ਦਿੱਤਾ ਹੋਇਆ ਜੰਗਲੀ ਰੂਪ ਸੀ, ਆਮ ਰੂਪ ਸੀ, ਜਿਹਦੇ ਵਿੱਚ ਉਹ ਕੁਦਰਤ ਦੀਆਂ ਆਫਤਾਂ ਦੇ ਨਾਲ ਭਿੜ ਰਿਹਾ ਸੀ, ਉਹ ਸਮੱਸਿਆਵਾਂ ਨੂੰ ਹੱਲ ਕਰਦੇ ਕਰਦੇ ਆਪਣੇ ਜੀਵਨ ਨੂੰ ਬਹੁਤ ਸੋਹਣਾ ਵੀ ਬਣਾਇਆ। ਪਰ ਇਹ ਆਪਣੀ ਜਿਹੜੀ ਇੱਕ ਵੱਖਰੀ ਹਸਤੀ, ਇੱਕ ਵੱਖਰੀ ਸੋਵਰਨਟੀ ਜਿਹੜੀ ਹੋ ਗਈ ਕੁਦਰਤ ਦੇ
ਵਿੱਚ ਰਹਿਣ ਕਰਕੇ ਮਨੁੱਖ ਦੀ, ਇਹਨੇ ਕੁਦਰਤ ਦੇ ਵਿੱਚ ਥਾਂ ਪਾਉਂਦਿਆਂ, ਤਰੱਕੀ ਕਰਦਿਆਂ, ਨਵੀਆਂ ਮੰਜ਼ਿਲਾਂ ਪਾਉਂਦਿਆਂ ਕਈ ਥਾਵਾਂ 'ਤੇ ਕੁਦਰਤ ਦਾ ਨਾਸ਼ ਵੀ ਕੀਤਾ, ਨੁਕਸਾਨ ਵੀ ਕੀਤਾ। ਉਹ ਇਹ ਕਿ ਇੱਕ ਤਾਂ ਮਨੁੱਖ ਨੂੰ ਇਹ ਲੱਗਣ ਲੱਗ ਪਿਆ ਕਿ ਜਿਵੇਂ ਇਸ ਕਾਇਨਾਤ ਦੇ ਵਿੱਚ, ਇਸ ਬ੍ਰਹਿਮੰਡ ਦੇ ਵਿੱਚ, ਇਸ ਧਰਤੀ ਦੇ ਉੱਤੇ ਉਹ ਹੀ ਇਕੱਲਾ, ਉਹ ਖੁਦ ਹੀ ਇਕੱਲਾ ਸ਼ਾਇਦ ਉਹਦਾ ਮਾਲਕ ਹੈ। ਮਨੁੱਖ ਇਹ ਭੁੱਲ ਗਿਆ ਕਿ ਮੈਂ ਇਕੱਲਾ ਨਹੀਂ, ਇੱਥੇ ਹੋਰ ਬਹੁਤ ਸਾਰੇ ਜੀਵ ਜੰਤੂ ਰਹਿੰਦੇ ਨੇ, ਇੱਥੇ ਬਨਸਪਤੀ ਵੀ ਹੈ, ਇੱਥੇ ਕੁਦਰਤ ਦੀਆਂ ਹੋਰ ਜਿਹੜੀਆਂ ਵਹਿ ਰਹੀਆਂ ਧਾਰਾਵਾਂ ਨੇ ਉਹ ਵੀ ਇੱਥੇ ਹੈਗੀਆਂ ਨੇ। ਉਹਨਾਂ ਨੂੰ ਛੇੜਛਾੜ ਕਰਨ ਦੇ ਵਿੱਚ ਮੈਂ ਕੁਝ ਨੁਕਸਾਨ ਵੀ ਕਰ ਰਿਹਾ। ਸੋ ਜਿਵੇਂ ਕੁਦਰਤ ਨੇ ਆਪਣੇ ਤੋਂ ਔਖੀਆਂ ਚੀਜ਼ਾਂ ਨੂੰ, ਜਿਵੇਂ ਉਹਨੇ ਹਾਥੀ ਦੇ ਗਿੱਟੇ ਵਿੱਚ ਛੋਟਾ ਜਿਹਾ ਸੰਗਲ ਪਾ ਕੇ ਉਹਨੂੰ ਆਪਣਾ ਪਾਲਤੂ ਜਾਨਵਰ ਬਣਾ ਲਿਆ, ਸ਼ੇਰਾਂ ਨੂੰ ਪਿੰਜਰਿਆਂ ਵਿੱਚ ਬੰਦ ਕਰ ਲਿਆ, ਇਸੇ ਤਰ੍ਹਾਂ ਕੁਦਰਤ ਦੇ ਦਰਿਆਵਾਂ ਦੇ ਵਹਿਣ ਨੂੰ ਰੋਕ ਕੇ ਡੈਮ ਬਣਾ ਕੇ ਉਹਨਾਂ ਨੂੰ ਨਦੀਆਂ ਨਾਲਿਆਂ ਵਿੱਚ ਬਦਲ ਕੇ ਇਸ ਧਰਤੀ ਦੇ ਉੱਤੇ ਜਿਹੜੀਆਂ ਬੰਜਰ ਥਾਵਾਂ ਸੀ ਉਹਨਾਂ ਨੂੰ ਉਪਜਾਊ ਬਣਾ ਕੇ ਹਰਿਆਲੀ ਵੀ ਬਹੁਤ ਫੈਲਾਈ ਹੈ। ਪਰ ਨਾਲ ਦੀ ਨਾਲ ਜੋ ਕੁਦਰਤ ਦਾ ਅਸਲੀ ਰੂਪ ਸੀ, ਜੋ ਕੁਦਰਤ ਦਾ ਇੱਕ ਵਹਿਣ ਸੀ, ਜੋ ਕੁਦਰਤ ਦਾ ਸਰੂਪ ਸੀ, ਉਹਨੂੰ ਇਹਨੇ ਥੋੜ੍ਹਾ ਜਿਹਾ ਨੁਕਸਾਨ ਵੀ ਪਹੁੰਚਾਇਆ। ਸੋ ਮਨੁੱਖ ਇੱਕ ਤਰੱਕੀਸ਼ੁਦਾ, ਇੱਕ ਸੁਲਝਿਆ ਹੋਇਆ, ਇੱਕ ਸਾਰਿਆਂ ਤੋਂ ਅੱਗੇ, ਸਾਰਿਆਂ ਤੋਂ ਚੰਗੀ ਨਸਲ ਹੋਣ ਦੇ ਨਾਲ ਨਾਲ ਕੁਦਰਤ ਵਾਸਤੇ ਇੱਕ ਰੂਪ ਦੇ ਵਿੱਚ ਨੁਕਸਾਨਦੇਹ ਵੀ ਸਾਬਤ ਹੋਇਆ। ਇਸ ਵਾਸਤੇ ਹੁਣ ਤੱਕ ਦੀ ਮਨੁੱਖ ਦੀ ਤਰੱਕੀ ਦੇ ਹੁੰਦਿਆਂ ਇਹਨੂੰ ਅੱਜ ਇਹ ਸੋਚਣਾ ਪੈ ਰਿਹਾ ਹੈ ਕਿ ਕਿੱਥੇ ਕਿੱਥੇ ਮੈਂ ਕੁਦਰਤ ਦੇ ਨਾਲ ਖਿਲਵਾੜ ਕੀਤਾ। ਅੱਜ ਦੇਖੋ, ਨਿੱਜੀ ਤੌਰ 'ਤੇ ਵੀ ਹਰ ਮਨੁੱਖ ਸੋਚਦਾ ਹੈ ਕਿ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ। ਸੰਸਥਾਵਾਂ ਦੇ ਤੌਰ 'ਤੇ, ਦੁਨੀਆ ਪੱਧਰ 'ਤੇ ਇਸ ਚਲਤੇ ਡੂੰਘਾਈ ਨਾਲ, ਗੰਭੀਰਤਾ ਨਾਲ, ਚਿੰਤਾਜਨਕ ਹੁੰਦੇ ਹੋਏ ਵਿਚਾਰ ਕੀਤੀ ਜਾ ਰਹੀ ਹੈ ਕਿ ਗਲੋਬਲ ਲੈਵਲ 'ਤੇ ਤਾਪਮਾਨ ਵੱਧ ਰਿਹਾ ਹੈ, ਪ੍ਰਦੂਸ਼ਣ ਵੱਧ ਰਿਹਾ ਹੈ, ਜਿਹੜੀ ਸਾਡੀ ਕੁਦਰਤ ਦੀ ਆਬੋ ਹਵਾ ਹੈ ਉਹ ਖਰਾਬ ਹੋ ਰਹੀ ਹੈ, ਪਾਣੀ ਗੰਧਲੇ ਹੋ ਰਹੇ ਨੇ, ਮਿੱਟੀ ਖਰਾਬ ਹੋ ਰਹੀ ਹੈ। ਇਹ ਸਾਰਾ ਜਿਹੜਾ ਸਿਹਰਾ ਉਸ ਮਨੁੱਖ ਦੇ ਸਿਰ ਹੀ ਜਾ ਰਿਹਾ। ਅੱਜ ਸਰਕਾਰੀ ਤੌਰ 'ਤੇ ਵੀ, ਆਫੀਸ਼ੀਅਲ ਤੌਰ 'ਤੇ ਵੀ, ਦੇਸ਼ਾਂ ਦੀਆਂ ਸਰਕਾਰਾਂ ਤੇ ਵਰਲਡ ਲੈਵਲ 'ਤੇ ਵੀ, ਕੌਮਾਂਤਰੀ ਪੱਧਰ 'ਤੇ ਵੀ ਇਸ ਗੱਲ 'ਤੇ ਵੱਡੀਆਂ ਵੱਡੀਆਂ ਵਿਚਾਰਾਂ ਹੋ ਰਹੀਆਂ ਨੇ, ਵੱਡੀਆਂ ਵੱਡੀਆਂ ਕਾਨਫਰੰਸਾਂ ਹੋ ਰਹੀਆਂ ਨੇ, ਵੱਡੇ ਵੱਡੇ ਫੈਸਲੇ ਲਏ ਜਾ ਰਹੇ ਨੇ, ਵੱਡੇ ਵੱਡੇ ਦੋਸ਼ ਤੈਅ ਕੀਤੇ ਜਾ ਰਹੇ ਨੇ ਕੌਣ ਜ਼ਿੰਮੇਵਾਰ ਹੈ। ਉਹਦੇ ਵਿੱਚ ਵੀ ਮਨੁੱਖ ਹੀ ਸ਼ਾਮਲ ਹੈ, ਭਾਵੇਂ ਕਿਸੇ ਵੀ ਰੂਪ 'ਚ ਹੋਵੇ। ਸੋ ਜੇ ਕੁਦਰਤ ਨੂੰ ਖਰਾਬ ਕਰਨ ਦੇ ਵਿੱਚ, ਕੁਦਰਤ ਦੇ ਵਿੱਚ ਵਿਘਨ ਪਾਉਣ ਦੇ ਵਿੱਚ, ਪ੍ਰਦੂਸ਼ਿਤ ਕਰਨ ਦੇ ਵਿੱਚ ਮਨੁੱਖ ਦਾ ਹੱਥ ਹੈ, ਤਾਂ ਇਹਨੂੰ ਠੀਕ ਕਰਨਾ, ਇਹਨੂੰ ਦਰੁਸਤ ਕਰਨਾ, ਇਹਨੂੰ ਇਸ ਸਮੱਸਿਆ ਨੂੰ ਹੱਲ ਕਰਨਾ ਵੀ ਮਨੁੱਖ ਦੀ ਹੀ ਜ਼ਿੰਮੇਵਾਰੀ ਆਖਰਕਾਰ ਬਣੇਗੀ ਤੇ ਬਣੀ ਹੋਈ ਹੈ। ਪਰ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਮਨੁੱਖ ਨੇ ਜਿੰਨਾ ਕੁਦਰਤ ਨਾਲ ਛੇੜਛਾੜ ਕਰਕੇ ਇਹਦੇ ਵਿੱਚ ਵਿਘਨ ਪਾਇਆ, ਓਨਾ ਇਹ ਚਿੰਤਿਤ ਵੀ ਹੈ। ਕਈ ਵਾਰੀ ਲੱਗਦਾ ਹੁੰਦਾ ਹੈ ਕਿ ਜਿਵੇਂ ਸ਼ਾਇਦ ਨੁਕਸਾਨ ਹੀ ਹੋ ਰਿਹਾ ਹੈ, ਜਿਵੇਂ ਘਾਣ ਹੀ ਹੋ ਰਿਹਾ ਹੈ, ਜਿਵੇਂ ਤਬਾਹੀ ਹੀ ਹੋ ਰਹੀ ਹੈ, ਜਿਵੇਂ ਮਨੁੱਖ ਕੁਦਰਤ ਨੂੰ ਤਬਾਹ ਹੀ ਕਰ ਰਿਹਾ ਹੈ, ਪਰ ਸੋਚ ਕੁਝ ਨਹੀਂ ਰਿਹਾ। ਐਸਾ ਨਹੀਂ। ਦੁਨੀਆ ਭਰ ਦੀਆਂ ਸਰਗਰਮੀਆਂ 'ਤੇ, ਦੁਨੀਆ ਭਰ ਦੀਆਂ ਜਿਹੜੀਆਂ ਚਿੰਤਾਵਾਂ 'ਤੇ ਜੇ ਨਿਗਾਹ ਮਾਰੀਏ, ਮੀਡੀਆ ਦੇ ਵਿੱਚ ਆ ਰਹੀਆਂ ਗੱਲਾਂ 'ਤੇ, ਔਰ ਜੋ ਸਰਕਾਰੀ, ਗੈਰ ਸਰਕਾਰੀ ਤੌਰ 'ਤੇ, ਨਿੱਜੀ ਤੌਰ 'ਤੇ, ਸੰਸਥਾਵਾਂ ਦੇ ਤੌਰ 'ਤੇ ਜੋ ਕੁਝ ਹੋ ਰਿਹਾ ਉਹ ਬੜਾ ਇੱਕ ਉਤਸ਼ਾਹਜਨਕ ਵੀ ਹੈ। ਕਿਉਂਕਿ ਮਨੁੱਖ ਚੇਤਨ ਹੈ। ਜਿੰਨੇ ਦੁਨੀਆ ਦੇ ਬਾਕੀ ਜੀਵ ਨੇ, ਪਸ਼ੂ ਪੰਛੀ, ਪਾਣੀ ਵਿੱਚ ਰਹਿਣ ਵਾਲੇ, ਹਵਾ ਵਿੱਚ ਰਹਿਣ ਵਾਲੇ, ਉਹਨਾਂ ਨੇ ਨਾ ਕਦੇ ਛੇੜਛਾੜ ਕੀਤੀ, ਨਾ ਖਰਾਬ ਕੀਤਾ, ਨਾ ਉਹਨੂੰ ਬਹੁਤਾ ਬਿਹਤਰ ਬਣਾਇਆ, ਨਾ ਹੀ ਉਹਨਾਂ ਨੂੰ ਚਿੰਤਾ ਹੈ। ਕਿਉਂਕਿ ਮਨੁੱਖ ਇੱਕ ਚੇਤਨ ਜੀਵ ਹੋਣ ਦੇ ਨਾਤੇ ਇਹ ਕੁਝ ਕਰ ਸਕਿਆ, ਇਸ ਕਰਕੇ ਇਹਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਵੀ ਮਨੁੱਖ ਨੇ ਆਪਣੇ ਸਿਰ ਲਈ ਹੋਈ ਹੈ। ਸੋ ਮੈਂ ਉਸ ਨਿਰਾਸ਼ਾਜਨਕ ਜਿਹੜਾ ਸੋਚ ਹੈ ਜਾਂ ਰਵੱਈਏ ਦਾ ਹਾਮੀ ਨਹੀਂ ਹਾਂ ਕਿ ਮਨੁੱਖ ਨੇ ਘਾਣ ਤਾਂ ਸਾਰਾ ਕੀਤਾ ਤੇ ਇਹਨੂੰ ਤਬਾਹ ਕਰ ਦੇਵੇਗਾ। ਹਾਲਾਂਕਿ ਜੇ ਗਲੋਬਲ ਵਾਰਮਿੰਗ, ਪ੍ਰਦੂਸ਼ਣ ਜਾਂ ਜਿਹੜਾ ਮਨੁੱਖ ਦੀ ਸਿਹਤ, ਕੁਦਰਤ ਦੀ ਸਿਹਤ ਜਾਂ ਪਸ਼ੂ ਪੰਛੀਆਂ ਦਾ ਅਲੋਪ ਹੋਣਾ, ਘਟ ਜਾਣਾ, ਜਾਂ ਪਾਣੀਆਂ ਦਾ ਪ੍ਰਦੂਸ਼ਿਤ ਹੋਣਾ, ਇਹ ਚਿੰਤਾਜਨਕ ਹੈ। ਤਾਂ ਨਾਲ ਜਿਹੜੀਆਂ ਇਹਦੀਆਂ ਕੋਸ਼ਿਸ਼ਾਂ ਨੇ
ਉਹਨਾਂ ਤੋਂ ਮੈਂ ਉਹ ਜਿੰਨਾ ਵੀ ਪੋਜ਼ਿਟਿਵ ਹੋ ਰਿਹਾ ਮੈਂ ਬਹੁਤ ਉਤਸ਼ਾਹ ਦੇ ਵਿੱਚ ਹਾਂ। ਅਤੇ ਨਾਲ ਇਹ ਵੀ ਹੈ ਕਿ ਜਦੋਂ ਸਾਨੂੰ ਇਹ ਲੱਗੇ ਕਿ ਜਿਸ ਬੇੜੀ 'ਚ ਅਸੀਂ ਸਵਾਰ ਹਾਂ ਉਹ ਬੇੜੀ ਡੁੱਬਣ ਵੱਲ ਜਾ ਰਹੀ ਹੈ, ਤਾਂ ਉਹਦਾ ਸਵਾਰ ਟਿਕ ਕੇ ਨਹੀਂ ਬਹਿ ਸਕਦਾ। ਉਹਨੂੰ ਡੁੱਬਣ ਤੋਂ ਬਚਾਉਣ ਲਈ ਯਤਨ ਕਰਨੇ ਹੁੰਦੇ ਨੇ, ਔਰ ਉਹ ਜੇ ਨਾ ਵੀ ਚਾਹੇ ਤਾਂ ਵੀ ਉਹਦਾ ਅੰਦਰਲਾ ਜਿਹੜਾ ਉਹਦੀ ਰੂਹ ਹੈ, ਜਿਹੜਾ ਜ਼ਿਹਨ ਹੈ, ਉਹਦਾ ਅੰਤਰੀਵ ਹੈ ਜਿਹੜਾ, ਉਹ ਉਹਨੂੰ ਮਜਬੂਰ ਕਰਦਾ ਹੈ, ਔਰ ਮਨੁੱਖ ਇਸ ਗੱਲ 'ਤੇ ਲੱਗਿਆ ਹੋਇਆ ਹੈ। ਆਖਰ ਦੇ ਵਿੱਚ ਕੁਦਰਤ ਅਤੇ ਮਨੁੱਖ ਦਾ ਜਿਹੜਾ ਰਿਸ਼ਤਾ ਹੈ, ਉਹਦੀ ਪਵਿੱਤਰਤਾ, ਉਹਦਾ ਜਿਹੜੀ ਗੂੜੀ ਸਾਂਝ ਹੈ, ਉਹਦਾ ਜਿਹੜਾ ਦੂਜਿਆਂ ਨਾਲੋਂ ਫਰਕ ਹੈ, ਉਹਦੇ ਮੱਦੇ ਨਜ਼ਰ ਮੈਂ ਇਸ ਆਸ ਰੱਖਦਾ ਕਿ ਮਨੁੱਖ ਇਦੋਂ ਵੀ ਤੇਜ਼ੀ ਨਾਲ, ਇਦੋਂ ਵੀ ਸ਼ਿੱਦਤ ਨਾਲ, ਇਦੋਂ ਵੀ ਜ਼ਿਆਦਾ ਗੌਰ ਨਾਲ, ਇਦੋਂ ਵੀ ਜ਼ਿਆਦਾ ਜਿਹੜਾ ਗੰਭੀਰਤਾ ਨਾਲ ਕੁਦਰਤ ਦੇ ਵਿੱਚ ਜੇ ਉਹਨੇ ਕਿਤੇ ਵਿਗਾੜ ਪੈਦਾ ਕੀਤੇ ਨੇ ਤਾਂ ਉਹਨਾਂ ਨੂੰ ਠੀਕ ਕਰਨ ਦੇ ਉਪਰਾਲੇ ਹੋਰ ਵੀ ਜਟਾਏਗਾ। ਔਰ ਇਹਦੇ ਵਿੱਚ ਜਿਹੜਾ ਹੈ ਉਹ ਨਿਰਾਸ਼ਾ ਵਾਲਾ ਮਾਹੌਲ ਹੈ, ਜੇ ਹੈ ਵੀ ਹੈ ਤਾਂ ਉਹਨੂੰ ਛੇਤੀ ਤੋਂ ਛੇਤੀ ਠੀਕ ਕਰੇਗਾ, ਕਿਉਂਕਿ ਯਤਨ ਕਰਨ ਨਾਲ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ। ਕੁਦਰਤ ਬਹੁਤ ਹੀ ਵਿਆਪਕ ਹੈ, ਕੁਦਰਤ ਬਹੁਤ ਹੀ ਜਿਹੜੀ ਆ ਉਹ ਸੈਲਫ ਓਰੀਐਂਟਡ ਹੈ। ਕੁਦਰਤ ਜੇ ਮਨੁੱਖ ਇੱਕ ਕਦਮ ਚੁੱਕੇ ਤਾਂ ਉਹਦਾ 10 ਕਦਮ ਸਾਥ ਦਿੰਦੀ ਹੈ। ਜੇ ਮਨੁੱਖ ਨੇ ਕੋਈ ਯਤਨ ਕੀਤਾ ਹਵਾ ਨੂੰ ਠੀਕ ਕਰਨ ਦਾ ਤਾਂ ਉਹ ਉਦੋਂ ਜ਼ਿਆਦਾ ਉਹਦਾ ਸਾਥ ਦਿੰਦੀ ਹੈ। ਔਰ ਇਹਦੇ 'ਚ ਇਹ ਜਿਹੜਾ ਰਿਵਾਈਵਲ ਦੇ ਇਹਦੇ 'ਚ ਬੇਹੱਦ ਚਾਂਸ ਨੇ। ਜੇ ਅੱਜ ਕੁਝ ਖਰਾਬ ਹੋ ਗਿਆ ਤਾਂ ਉਹਨੂੰ ਠੀਕ ਕਰਨ ਵਾਸਤੇ ਯਤਨ ਕਰਨ ਦਾ ਜਿਹੜਾ ਨਤੀਜਾ ਹੈ ਉਹ ਬਹੁਤ ਜ਼ਿਆਦਾ ਕੁਦਰਤ ਦਿੰਦੀ ਹੈ, ਢਾਹ ਕੇ ਮਿਲਦੀ ਹੈ। ਕਿਉਂਕਿ ਕੁਦਰਤ, ਮੈਂ ਤੇਰੇ ਬਾਰੇ ਕੁਝ ਕਹਿ ਨਹੀਂ ਸਕਦਾ, ਤੂੰ ਵਿਸ਼ਾਲ ਹੈ। ਕੁਦਰਤ ਬਾਬਾ ਕਹਿੰਦਾ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਜੋ ਚਾਹੁੰਦੀ ਆ ਉਹੀ ਠੀਕ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਹੋਰ ਕੋਈ ਝੂਠਾ ਹੋ ਸਕਦਾ ਹੈ, ਮੇਰਾ ਬਾਬਾ ਝੂਠਾ ਨਹੀਂ ਹੋ ਸਕਦਾ। ਇਹ ਅਨੰਤ ਤੱਕ ਸਦਾ ਹੀ ਸਲਾਮਤ ਰਹਿਣੀ ਹੈ। ਸੋ ਮਨੁੱਖ ਆਪਣਾ ਫਰਜ਼ ਹੋਰ ਪਛਾਣੇ, ਹੋਰ ਸ਼ਿੱਦਤ ਨਾਲ ਇਹਨੂੰ ਠੀਕ ਕਰਨ 'ਚ, ਇਹਦੀ ਗੋਦ ਵਿੱਚ ਰਹਿਣ ਯੋਗ ਹੋਣ ਵਾਸਤੇ ਇਹਨੂੰ ਠੀਕ ਕਰੇ। ਇਸੇ ਉਮੀਦ ਦੇ ਨਾਲ ਮੈਂ ਆਸ ਰੱਖਦਾ ਕਿ ਸਾਰੀ ਦੁਨੀਆ ਦੇ ਲੋਕ ਕੁਦਰਤ ਨੂੰ ਠੀਕ ਕਰਨ ਵਾਸਤੇ, ਕੁਦਰਤ ਮਾਂ ਦੀ ਗੋਦੀ ਦਾ ਹੋਰ ਨਿੱਘਾ ਆਨੰਦ ਮਾਣਨ ਦੇ ਯੋਗ ਹੋਣ ਵਾਸਤੇ ਪਲ ਪਲ ਯਤਨ ਕਰਦੇ ਰਹਿਣਗੇ। ਧੰਨਵਾਦ ਜੀ।